ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਬਾਬਾ ਸਾਹਿਬ ਅੰਬੇਡਕਰ ਨੂੰ ਰੋਕਣ ਲਈ ਤਰ੍ਹਾਂ ਦੇ ਉਹਨਾਂ ਨੇ ਚਾਲਾਂ ਚੱਲੀਆਂ। ਬਾਬਾ ਸਾਹਿਬ ਅੰਬੇਡਕਰ ਦਾ ਨਾਂ ਅੱਜ ਕਾਂਗਰਸ ਵੱਡੇ ਪੱਧਰ ਦੇ ਉੱਤੇ ਔਰ ਬਹੁਜਨ ਜਿਹੜਾ ਸ਼ਬਦ ਹੈ ਵੱਡੇ ਪੱਧਰ ਤੇ ਵਰਤਣ ਦੀ ਕਾਂਗਰਸ ਕੋਸ਼ਿਸ਼ ਕਰ ਰਹੀ ਹੈ। ਜਿਹਦੀ ਤਾਜ਼ਾ ਉਦਾਹਰਣ ਹੈ ਕਿ ਕਾਂਗਰਸ ਨੇ ਪਿਛਲੇ ਦਿਨੀ ਮੀਟਿੰਗ ਕੀਤੀ ਔਰ ਅਖਬਾਰਾਂ 'ਚ ਖਬਰ ਲੱਗੀ ਕਿ ਸੂਬੇ ਦੇ ਪਿੰਡਾਂ 'ਚ ਬਣ ਗਈਆਂ ਬਹੁਜਨ ਕਾਂਗਰਸ ਕਮੇਟੀਆਂ। सूबे दे पिंडां च बन गईयां बहुजन कांग्रेस कमेटियां। हिंदी च भी लगा बनने लगे नए समीकरण, कांग्रेस गांव में बनाएगी बहुजन कमेटियां। हुण ये कहानी की आ? कांग्रेस जिहड़ी आ इन्ना गिर सकदी आ, इन्नी कमज़ोर हो सकदी आ कि जिस बाबा साहब अंबेडकर दा पैर पैर ते विरोध कीता, जिस बहुजन समाज दा साहब कांशी राम दा पैर पैर ते विरोध कीता, अज उही टर्मोलॉजी ਉਹੀ ਬਹੁਜਨ ਸਮਾਜ ਦੇ ਪ੍ਰਤੀਕ ਕਾਂਗਰਸ ਵੱਡੇ ਪੱਧਰ ਤੇ ਵਰਤ ਰਹੀ ਆ। ਜੇਕਰ ਅਸੀਂ ਬਾਬਾ ਸਾਹਿਬ ਦੀ ਹਿਸਟਰੀ ਨੂੰ ਕੱਢੀਏ, 1927 ਚ ਮੰਡਲ ਕਮਿਸ਼ਨ ਆਇਆ। ਬਾਬਾ ਸਾਹਿਬ ਅੰਬੇਡਕਰ ਨੇ ਮੋਰਲੀ ਕਤਾਰ 'ਚ ਖੜੇ ਹੋ ਕੇ ਸਾਈਮਨ ਵੈਲਕਮ ਕੀਤਾ। ਜਦੋਂ ਅਸੀਂ ਬਾਬਾ ਸਾਹਿਬ ਅੰਬੇਡਕਰ ਦੀਆਂ ਪੁਸਤਕਾਂ ਬਟ ਗਾਂਧੀ ਐਂਡ ਕਾਂਗਰਸ ਹੈਵ ਡਨ ਫॉर ਅਨਟੱਚੇਬਲ, ਜਦੋਂ ਅਸੀਂ ਬਰੀਫਲੀ ਪੂਰੀ ਉਹਨੂੰ ਡਿਟੇਲ 'ਚ ਸਟੱਡੀ ਕਰਦੇ ਹਾਂ, ਬਾਬਾ ਸਾਹਿਬ ਅੰਬੇਡਕਰ ਸਾਈਮਨ ਕਮਿਸ਼ਨ ਦਾ ਵੈਲਕਮ ਕਰ ਰਹੇ ਸੀ ਕਿਉਂਕਿ ਜਿਹੜਾ ਦੇਸ਼ ਦਾ ਕਾਨੂੰਨ ਜਿਹੜਾ ਬਣਨਾ ਸੀ, ਸੈਕੰਡ ਇੰਡੀਆ ਐਕਟ ਜਿਹੜਾ ਬਣਨਾ ਸੀ, ਉਹਦੇ 'ਚ ਦੇਸ਼ ਦੇ ਦਲਿਤਾਂ ਪਛੜਿਆਂ ਨੂੰ ਹੱਕ ਅਧਿਕਾਰ ਮਿਲ ਸਕਣ। ਦਲਿਤਾਂ ਪਛੜਿਆਂ ਨੂੰ ਹੱਕ ਅਧਿਕਾਰ ਨਾ ਮਿਲ ਸਕਣ, ਕਾਂਗਰਸ ਵਿਰੋਧ ਕਰਦੀ ਸੀ ਔਰ ਕਾਂਗਰਸ ਨੇ ਪੂਰੇ ਦੇਸ਼ ਵਿੱਚ ਸਾਈਮਨ ਗੋ ਬੈਕ ਕੀਤਾ। ਸਾਈਮਨ ਕਮਿਸ਼ਨ ਦੀਆਂ ਰਿਪੋਰਟਾਂ ਦੇ ਆਧਾਰ ਤੇ ਗੋਲਮੇਜ ਕਾਨਫਰੰਸਾਂ 3 ਹੋਈਆਂ। ਪਹਿਲੀ ਔਰ ਦੂਜੀ ਕਾਨਫਰੰਸ ਦੇ ਵਿੱਚ ਕਾਂਗਰਸ ਨੇ ਪਹਿਲੀ ਕਾਂਗਰਸ 'ਚ ਬਾਈਕਾਟ ਕੀਤਾ, ਕਿਹਾ ਕਿ ਅੰਬੇਡਕਰ ਸਾਹਿਬ ਕਾਨਫਰੰਸ ਦੇ ਵਿੱਚ ਨਾ ਬੈਠਣ, ਦਲਿਤਾਂ ਪਛੜੇ ਵਰਗਾਂ ਦੀ ਨੁਮਾਇੰਦਗੀ ਨਾ ਕਰਨੀ। ਕਾਂਗਰਸ ਦਾ ਬਿਆਨ ਸੀ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਉਸੇ ਕਿਤਾਬ ਦੇ ਵਿੱਚ ਲਿਖਿਆ। ਔਰ ਬਾਬਾ ਸਾਹਿਬ ਅੰਬੇਡਕਰ ਦੀਆਂ ਕੋਸ਼ਿਸ਼ਾਂ ਨਾਲ ਗੋਲਮੇਜ ਕਾਨਫਰੰਸ ਦੇ ਵਿੱਚ 2 ਮੰਗਾਂ ਦਲਿਤ ਸਮਾਜ ਨੂੰ, ਸ਼ਡਿਊਲ ਕਾਸਟ ਸਮਾਜ ਨੂੰ ਮਿਲੀਆਂ। ਇੱਕ ਸੈਪਰੇਟ ਇਲੈਕਟੋਰੇਟ, ਇੱਕ ਡਬਲ ਵੋਟ ਰਾਈਟ। डबल वोट राइट और सैपरेट इलैक्टोरेट के खिलाफ महात्मा गांधी ने मर्द वर्त रखा और 24 सितंबर 1932 ਨੂੰ पूना की यरवदा जेल च बाबा साहब अंबेडकर ਨੂੰ इन्ना प्रैशराइज किया कि तेरे दलित समाज दियां लोकां नूं मार दांगे, झुग्गियां फूक दांगे जे गांधी मर गया, मरण वर्त। और बाबा साहब अंबेडकर ने समझौता किया, ज्वाइंट इलैक्टोरेट आया, सिंगल वोट का राइट दलितां कोल रह गया। सैपरेट इलैक्टोरेट भी खत्म होया, डबल वोट भी खत्म होया। और बाबा साहब अंबेडकर ਨੂੰ ਪੁੱਛਿਆ ਕਿ ਹਾਊ ਡੂ ਯੂ ਫੀਲ ਸਮਝੌਤਾ ਕਰਨ ਤੋਂ ਬਾਅਦ, ਤਾਂ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਕਿ ਮੈਂ ਇੰਗਲੈਂਡ ਤੋਂ ਦਲਿਤਾਂ ਪਛੜੇ ਵਰਗਾਂ ਲਈ ਇੱਕ ਫਲ ਲੈ ਕੇ ਆਇਆ ਸੀ ਜਿਹੜਾ ਰਸ ਨਾਲ ਭਰਿਆ ਆਇਆ ਸੀ, ਔਰ ਗਾਂਧੀ ਤੇ ਉਹਦੀ ਕਾਂਗਰਸ ਨੇ ਉਹ ਸਾਰਾ ਰਸ ਚੂਸ ਲਿਆ ਔਰ ਛਿਲ ਕੇ ਮੇਰੇ ਤੇ ਮੇਰੇ ਸਮਾਜ ਦੇ ਮੂੰਹ ਤੇ ਮਾਰੇ। ਮਤਲਬ ਅੰਬੇਡਕਰ ਸਾਹਿਬ ਨੂੰ ਇੰਨੇ ਦੁੱਖ ਦਰਦ ਕਾਂਗਰਸ ਨੇ ਦਿੱਤੇ ਔਰ ਅੰਬੇਡਕਰ ਸਾਹਿਬ ਉਦਣ ਪੂਰੇ ਭਾਵੁਕ ਹੋਏ ਸੀ ਜਦੋਂ ਉਹ ਪ੍ਰੈਸ ਕਾਨਫਰੰਸ ਕਰਦੇ। ਫਿਰ ਬਾਬਾ ਸਾਹਿਬ ਅੰਬੇਡਕਰ 1946 ਚ ਜਦੋਂ ਕੰਸਟੀਟਿਊਸ਼ਨਲ ਅਸੈਂਬਲੀ ਦੀ ਚੋਣ ਹੋਣੀ ਸੀ, ਬਾਬਾ ਸਾਹਿਬ ਅੰਬੇਡਕਰ ਨੇ ਖੜੇ ਹੋਣ ਲਈ ਸੀਟ ਚੁਣਨੀ ਸੀ, ਤਾਂ ਕਾਂਗਰਸ ਨੇ ਪੂਰੇ ਦੇਸ਼ ਵਿੱਚ ਉਸ ਵੇਲੇ ਬਿਆਨ ਲਾਇਆ ਕਿ ਅੰਬੇਡਕਰ ਸਾਹਿਬ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਕੋਈ ਸੀਟ ਚੁਣ ਲਓ, ਤੁਹਾਨੂੰ ਜਿੱਤ ਕੇ ਜਾਣ ਨਹੀਂ ਦਿਆਂਗੇ ਜਿੱਥੇ ਬੈਠ ਕੇ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਲਿਖਿਆ। ਇਹ ਰਿਕਾਰਡਡ ਡਾਕੂਮੈਂਟਰੀ ਗੱਲਾਂ ਨੇ। ਉਹਦੇ ਲਈ ਤੁਸੀਂ ਬਾਬਾ ਸਾਹਿਬ ਦੀ ਪੁਸਤਕ ਜਿਹੜੀ ਮੈਂ ਤੁਹਾਨੂੰ ਦੱਸੀ ਆ ਇਹਨੂੰ ਪੜ੍ਹ ਸਕਦੇ, ਔਰ ਇੱਦਾਂ ਦੀਆਂ 21 ਕਿਤਾਬਾਂ ਹੋਰ ਆ ਜਿਹੜੀਆਂ ਬਾਬਾ ਸਾਹਿਬ ਅੰਬੇਡਕਰ ਦੀਆਂ ਲਿਖੀਆਂ। ਕਾਂਗਰਸ ਨੇ ਕਿਹਾ ਕਿ ਤਾਕੀਆਂ ਦਰਵਾਜ਼ੇ ਹੀ ਨਹੀਂ ਰੋਸ਼ਨਦਾਨ ਵੀ ਬੰਦ ਕਰ ਦਿੱਤੀ ਆ। ਅੰਬੇਡਕਰ ਸਾਹਿਬ ਤੇਰੀ ਹਵਾ ਵੀ ਪਾਰਲੀਮੈਂਟ 'ਚ ਵੜਨ ਨਾ ਦਿਆਂਗੇ। ਬੰਗਾਲ ਦੇ ਲੋਕਾਂ ਨੇ ਜੈਸੌਰ ਖੁਲਨਾ ਸੀਟ ਜਿਹੜੀ ਸੀ ਅਸੈਂਬਲੀ ਦੀ, ਉੱਥੋਂ ਬਾਬਾ ਸਾਹਿਬ ਅੰਬੇਡਕਰ ਕਿੱਥੇ ਮਹਾਰਾਸ਼ਟਰ ਦੇਸ਼ ਦੇ ਇੱਕ ਕੋਨੇ ਤੇ, ਕਿੱਥੇ ਬੰਗਾਲ ਇੱਕ ਕੋਨੇ ਤੇ, ਬਾਬਾ ਸਾਹਿਬ ਅੰਬੇਡਕਰ ਬੰਗਾਲ ਜਾ ਕੇ ਖੜੇ ਹੋਏ ਔਰ ਜਿੱਤੇ। ਔਰ ਬਾਬਾ ਸਾਹਿਬ ਅੰਬੇਡਕਰ ਨੇ ਬਿਆਨ ਦਿੱਤਾ ਕਾਂਗਰਸ ਬਾਰੇ ਕਿ ਕਾਂਗਰਸ ਜੀ ਦੇਖੋ ਅੰਬੇਡਕਰ ਪੈਰ ਦੀ ਨੋਕ ਦੀ ਜੁੱਤੀ ਨਾਲ ਪਾਰਲੀਮੈਂਟ ਦਾ ਦਰਵਾਜ਼ਾ ਖੋਲ ਕੇ ਪ੍ਰਵੇਸ਼ ਕਰ ਰਿਹਾ, ਜਿਹਨੂੰ ਤੁਸੀਂ ਰੋਕਣ ਲਈ ਚਾਹੁੰਦੇ। ਫਿਰ ਬਾਬਾ ਸਾਹਿਬ ਅੰਬੇਡਕਰ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ 'ਚ ਖੜੇ ਹੋਏ 1951 ਫਸਟ ਪਾਰਲੀਮੈਂਟ ਇਲੈਕਸ਼ਨ ਜਿਹੜਾ ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਹੋਏ ਸੰਵਿਧਾਨ ਨਾਲ ਤਿਆਰ ਹੋ ਰਿਹਾ ਸੀ, ਤਾਂ ਬਾਬਾ ਸਾਹਿਬ ਅੰਬੇਡਕਰ ਨੂੰ ਹਰਾਉਣ ਲਈ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦਾ ਪੀਏ ਕਜਰੋਲਕਰ ਉਹਨੂੰ ਮੈਨੇਜ ਕੀਤਾ, ਬਾਬਾ ਸਾਹਿਬ ਅੰਬੇਡਕਰ ਦੇ ਖਿਲਾਫ ਖੜਾ ਕੀਤਾ ਔਰ ਬਾਬਾ ਸਾਹਿਬ ਅੰਬੇਡਕਰ ਇੱਕ ਪੀਏ ਕੋਲੋਂ ਹਰਵਾ ਦਿੱਤਾ।
फिर बाबा साहब अंबेडकर नूं कदे भी जितण ना दिता। और बाबा साहब अंबेडकर का चोण निशान सी हाथी, झंडा सी नीला इन्हां इलैक्शनां च। फिर बाबा साहब अंबेडकर 1999 तक 1947 1956 च बाबा साहब अंबेडकर का निधन हो जाता, डैथ हो जाती। और 1999 जदों कांग्रेस की सत्ता गई, साडे बहुजन समाज पार्टी के 3 मैंबर पार्लीमेंट जिते। बाबा साहब अंबेडकर नूं असी सेंटर की उस वेले जनता दल सरकार नूं समर्थन साहब कांशी राम ने शर्त ते दिता सी कि बाबा साहब अंबेडकर नूं भारत रत्न का खिताब दिता जाए, जिहड़ा कि घट्टो घट्ट 43 या 33 साल बनते आ। इन्ने सालों तो बाद भारत रत्न का खिताब उदों मिलिया जदों असी जलंधर पार्लीमेंट उस वेले फ्लोर कहंदे सी जित्ती, और भैण मायावती जी जिते, और आजमगढ़ तो साडा राम किशन यादव जी 3 मैंबर पार्टी। फिर साहब कांशी राम जिन्होंने दूसरा अंबेडकर कहते सी इस देश दे विच, बाबा साहब का दूसरा नाम कांशी राम नारा लाउंदे सी। जिद्दण साहब कांशी राम की डैथ हुई, पंजाब की प्रोमीनेंट परसनैलिटी 9 अक्तूबर 2006 कांग्रेस की सरकार सी पंजाब च। एक भी दिन दा ना स्टेट ने सोग घोषित किया, ना सेंटर सरकार ने किया। तुसी देखो सरदार प्रकाश सिंह बादल जी गए, प्रोमीनेंट परसनैलिटी पंजाब की, देश ने भी दुख मनाया, सूबे ने भी दुख मनाया। साहब कांशी राम जदों गए, कांग्रेस दिल्ली ते भी राज करती सी, पंजाब ते भी राज करती सी। एक भी दिन लिए राष्ट्रीय झंडा नीवा नहीं किया गया। क्या वो दलित सीगे इस करके? क्या दलित आगुआं दे नाल इह व्यवहार किया जाऊगा? और पिछला तुसी देखिया आज़ादी के 75 सालों एक भी शेड्यूल कास्ट चीफ मिनिस्टर, डिप्टी चीफ मिनिस्टर पंजाब च नहीं बने। और कांग्रेस ने हाथी नूं रोकण लई, पिछले गठजोड़ नूं रोकण लई शेड्यूल कास्ट चीफ मिनिस्टर दिता। जदों कांग्रेस नूं इह पुछिया कि कांग्रेस हार गई, वट इज द रीजन बिहाइंड यूर डिफीट, तां कांग्रेस का प्रधान सुनील जाखड़ जिहड़ा केंद्रीय मंत्री रहा, जिन्हां दे पिता श्री देश के स्पीकर तक रहे श्री बलराम जाखड़ जी, उन्होंने बयान दिता कि छोटे भांडा सी चीज वड्डी मिल गई, छोटा भांडा सी पैर चीज वड्डी मिल गई, और जुत्ता किसी भी ब्रांड का होवे सिर ते नहीं रखिया जाता। ये सुनील जाखड़ का बयान सी, चन्नी बारे नहीं, दलित पछड़े वर्गां बारे सी। क्योंकि जे चन्नी बारे हुंदा तां कांग्रेस चन्नी दे घर माफी मंगण जांदी, कांग्रेस तां गुरु रविदास जी दे घर काशी बनारस माफी मंग के आई। बहुजन समाज ਜਿਹੜਾ ਇਹ शब्द कांग्रेस वरत रही है, ਜਿਹੜਾ मैं ਤੁਹਾਡੇ ਵਿੱਚ नशर किया कांग्रेस कमेटी, क्या कांग्रेस अज भी हाथी तो इन्ना डर रही है? आम आदमी पार्टी ਜਿਹੜੀ कि सत्ता च आई, सत्ता च आके 178 ला अफसरां ਦੀਆਂ पोस्टां कड्ढीਆਂ, एक भी शेड्यूल कास्ट नहीं, एक भी ओबीसी नहीं, एक भी शेड्यूल कास्ट नहीं, एक भी ओबीसी नहीं। और जदों असीं 2 महीने ਵੱਡਾ अंदोलन पिछले जून जुलाई पंजाब ਦੀਆਂ सड़कों ते तारिया, तां आम आदमी पार्टी ने 58 पोस्टां अलग तौर पर शेड्यूल कास्ट लिए नोटिफाई की। 2 वारी ला अफसरां की भर्ती हो चुकी पिछले 15 महीनों, एक भी शेड्यूल कास्ट और जिहड़ियां 58 पोस्टां नोटिफाई कीतियां सी, जिहदे बारे हाई कोर्ट ने भी सरकार नूं कह दिता कि रख लईआं जाण, अज तक भी रखियां नहीं गईआं। और आम आदमी पार्टी ने उत्तर दिता, एडवोकेट जनरल ने रिट पटीशन दायर हुई सी सरकार के खिलाफ, और ਉਹਦੇ ਚ लिखिया इनएफिशिएंट कौमां ने एफिशिएंसी प्रभावित ਹੁੰਦੀ ਆ। ਇਹਦਾ मतलब ਪੰਜਾਬੀ ਚ ਇਹ ਆ ਕਿ ਜਿਨ੍ਹਾਂ ਨੂੰ ਨਲਾਇਕ ਕਿਹਾ ਜਾਂਦਾ, इनएफिशिएंट मतलब ਨਲਾਇਕ। ਆਮ ਆਦਮੀ ਪਾਰਟੀ ਦੀ ਟਰਮੋਲੋਜੀ ਆ ਸਰਕਾਰੀ ਕਾਗਜ਼ ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੇ ਰਿਟ ਪਟੀਸ਼ਨ ਦਾਇਰ ਕੀਤੀ ਸੀ, ਅਨਮੋਲ ਗਗਨ ਜਿਹੜਾ ਇਹਨਾਂ ਦਾ ਸੀਗਾ। ਅੱਜ ਦੇ ਦਿਨ ਪੰਜਾਬ ਦੇ ਵਿੱਚ 35% ਸ਼ਡਿਊਲ ਕਾਸਟ ਭਾਈਚਾਰਾ ਹੋਵੇ, 30% ਨਾਲ ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਬਣ ਸਕਦਾ। ਅੱਜ ਮੈਂ ਮੀਡੀਆ ਬੰਧੂਆਂ ਦੇ ਮਾਧਿਅਮ ਤੋਂ ਜਿਹਦੀ ਆਵਾਜ਼ ਆਜ਼ਾਦੀ ਦੇ 75 ਸਾਲਾਂ 'ਚ ਕਿਸੇ ਨੇ ਨਾ ਸੁਣੀ, ਜਿਹਦੀ ਆਵਾਜ਼ ਅੱਜ ਤੱਕ ਵੀ ਉਹ ਹਾਸ਼ੀਏ ਤੇ ਆ, ਉਸ ਹਾਸ਼ੀਏ ਤੇ ਪਏ ਸਮਾਜ ਲਈ ਮੈਂ ਅੱਜ ਆਪਣੇ ਭਾਈ ਬੰਧੂ ਨੂੰ ਯਾਦ ਕੀਤਾ ਕਿ ਇਹ ਐਡੇ ਵੱਡੇ ਧੱਕੇ ਔਰ ਧੋਖੇ ਹੋ ਰਹੇ। ਕਾਂਗਰਸ ਕਿੰਨੀ ਸ਼ਾਤਰਤਾ ਦੇ ਨਾਲ नगर नगर पिंड पिंड कांग्रेस गांव में बनाएगी बहुजन कांग्रेस कमेटियां। बट इज द मीनिंग, ਇਹਦਾ मतलब ਕੀ ਹੈ ਕਿ ਤੁਸੀਂ बहुजन शब्द ਨੂੰ यूज कर रहे हो? ਇਹਦਾ मतलब ਕੀ ਹੈ ਕਿ ਕਾਂਗਰਸ ਅੱਜ ਵੀ ਜੇ ਕਿਤੇ ਡਰ ਰਹੀ ਆ ਤਾਂ ਉਹ ਪੂਰੇ ਦੇ ਪੂਰੇ ਬਹੁਜਨ ਸਮਾਜ ਤੋਂ ਡਰ ਰਹੀ ਹੈ।
ਅੱਜ ਮਾਨਯੋਗ ਇਹ ਕਾਂਗਰਸ ਦੇ ਬਿਆਨ ਲਾਉਂਦੇ ਆ ਲੀਡਰ ਕਿ ਚੋਣ ਨਿਸ਼ਾਨ ਤੱਕੜੀ ਖੜਾ, ਹਾਥੀ ਵਾਲਿਆਂ ਤਾਂ ਨਹੀਂ ਖੜਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕਾਂਗਰਸ ਇੰਨੀ ਅੱਜ ਜਲੰਧਰ 'ਚ ਘਬਰਾਈ ਹੋਈ ਆ। ਔਰ ਤੁਸੀਂ ਇਹ ਦੇਖੋ, ਇੱਕ ਕਾਂਗਰਸ ਆਮ ਆਦਮੀ ਪਾਰਟੀ ਦੇ ਰਾਜ 'ਚ ਇਹ ਖਬਰ ਲੱਗੀ 11 ਜਨਵਰੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਕਰੋੜਾਂ ਰੁਪਈਆ ਦਾ ਮਾਫ ਹੋਇਆ ਯੂਨੀਵਰਸਿਟੀਆਂ ਦਾ, ਔਰ ਵਿਦਿਆਰਥੀ ਅੱਜ ਵੀ ਡਿਗਰੀਆਂ ਲਈ ਧੱਕੇ ਖਾ ਰਹੇ। ਉਹਦੀ ਖਬਰ ਹੈ ਮੀਡੀਆ 'ਚ ਲੱਗੀ। ਅੱਜ ਵੀ ਨਾ ਦਲਿਤ ਵਿਦਿਆਰਥੀਆਂ ਦੀ ਸੁਣਵਾਈ ਹੋ ਰਹੀ ਹੈ। ਮਜ਼ਦੂਰ ਪੂਰਾ ਮਾਲਵੇ 'ਚ ਇੱਕ ਕ੍ਰਾਂਤੀ ਚੱਲ ਰਹੀ ਹੈ ਕਿ ਦਿਹਾੜੀ 700 ਰੁਪਏ ਕਰਤੀ ਜਾਵੇ। 268 ਨਾਲ ਕਿਆ ਹੁੰਦਾ, 6000 ਨਾਲ ਘਰ ਨਹੀਂ ਚੱਲਦਾ। ਮਜ਼ਦੂਰ ਦਾ ਟੱਬਰ ਜਿਹੜਾ ਤੰਗੀਆਂ ਤੋਸ਼ੀਆਂ ਦਾ ਮਾਰਿਆ ਹੁੰਦਾ, 700 ਦਿਹਾੜੀ ਪਿਛਲੇ 2-3 ਸਾਲ ਤੋਂ ਸੜਕਾਂ ਤੇ ਨੇ, ਕੋਈ ਸੁਣਵਾਈ ਨਹੀਂ। ਅੱਜ ਮੈਂ ਤੁਹਾਡੇ ਮਾਧਿਅਮ ਤੋਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਬਹੁਜਨ ਸਮਾਜ ਪਾਰਟੀ ਦਲਿਤਾਂ, ਪਛੜੇ, ਮਜ਼ਦੂਰਾਂ ਦੀ ਲੜਾਈ ਲੜ ਰਹੀ ਹੈ। ਔਰ ਕਾਂਗਰਸ ਤਰ੍ਹਾਂ ਦੇ ਇਹ ਜਿਹੜੇ ਅਫਵਾਹਾਂ ਫੈਲਾ ਕੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਨੂੰ ਗੁੰਮਰਾਹ ਕਰ ਰਹੀ ਆ, ਉਹ ਬੇਨਕਾਬ ਹੋਵੇ। ਉਹਦੇ ਲਈ ਅੱਜ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ। ਤੁਸੀਂ ਟਾਈਮ ਕੱਢਿਆ, ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ। ਭੈਣ ਕੁਮਾਰੀ ਮਾਇਆਵਤੀ ਜੀ, ਰਾਸ਼ਟਰੀ ਪ੍ਰਧਾਨ, ਉਹਨਾਂ ਵੱਲੋਂ ਸ਼ੁਕਰੀਆ ਅਦਾ ਕਰਦਾ। ਮੇਰੇ ਨਾਲ ਬੈਠੇ ਆ ਸਟੇਟ ਦੇ ਜਨਰਲ ਸੈਕਟਰੀ ਸ਼੍ਰੀ ਚਮਕੌਰ ਸਿੰਘ ਵੀਰ ਜੀ, ਮਾਨਯੋਗ ਸਟੇਟ ਦੇ ਜਨਰਲ ਸੈਕਟਰੀ ਚੌਧਰੀ ਗੁਰਨਾਮ ਜੀ, ਔਰ ਇੱਧਰ ਸਟੇਟ ਦੇ ਜਨਰਲ ਸੈਕਟਰੀ ਠੇਕੇਦਾਰ ਰਜਿੰਦਰ ਜੀ। ਅੱਜ ਕਿਉਂਕਿ ਚੋਣਾਂ ਦਾ ਮੌਕਾ ਹੈ ਪੰਜਾਬ ਦੇ ਵਿੱਚ, ਪੰਜਾਬ ਇੱਕ ਤਰ੍ਹਾਂ ਨਾਲ ਬਹੁਤ ਵਿਲੱਖਣ ਸਟੇਟ ਹੈ। ਡੈਮੋਗ੍ਰਾਫੀ ਦੇ ਹਿਸਾਬ ਦੇ ਨਾਲ ਦੇਸ਼ ਦੀ ਸਭ ਤੋਂ ਵੱਧ ਸ਼ਡਿਊਲ ਕਾਸਟ ਪਾਪੂਲੇਸ਼ਨ ਜੇਕਰ ਕਿਸੇ ਸਟੇਟ 'ਚ ਪਾਈ ਜਾਂਦੀ ਆ ਤਾਂ ਉਹ ਪੰਜਾਬ ਹੈ। 2011 ਦੀ ਜਿਹੜੀ ਸੈਂਸਸ ਹੈ ਉਹ ਸ਼ਡਿਊਲ ਕਾਸਟ ਪਾਪੂਲੇਸ਼ਨ ਇੱਥੇ 32% ਤੋਂ ਜ਼ਿਆਦਾ, ਔਰ ਪਿਛਲੇ ਜੇ 10 ਸਾਲ ਦੀ ਡਿਕੈਡਲ ਗਰੋਥ, ਉਹਦੇ 'ਚ ਦਹਾਕੇ ਦੀ ਗਰੋਥ ਐਡ ਕਰ ਲਈ ਜਾਵੇ ਤੇ ਤਕਰੀਬਨ 35% ਨੂੰ ਸ਼ਡਿਊਲ ਕਾਸਟ ਪਾਪੂਲੇਸ਼ਨ ਕ੍ਰੋਸ ਕਰ ਚੁੱਕੀ ਹੈ। ਔਰ ਬਾਬਾ ਸਾਹਿਬ ਅੰਬੇਡਕਰ ਨੂੰ ਪੂਰੇ ਦੇਸ਼ ਦਾ ਜਿਹੜਾ ਸ਼ਡਿਊਲ ਕਾਸਟ OBC ਭਾਈਚਾਰਾ, ਔਰ ਹੁਣ ਤਾਂ ਸਾਰੇ ਹੀ ਰਾਜਨੀਤਿਕ ਦਲ ਔਰ ਸਾਰੇ ਹੀ ਸਮਾਜ ਵੱਡੇ ਪੱਧਰ ਤੇ ਮਾਨਤਾ ਦੇ ਰਹੇ ਹੈ।